जो मेरी तरफ से क्लियर हो जाएगा। ओके मैम। ठीक है। बाकी इन्होंने एक ओके। दिन क्लास लगानी है, फिर 4 दिन लगानी नहीं है। ओके मैम। स्क्रीन में क्या शो हो रहा है आपको? मैम डीपी शो हो रही है। चलो आगे। अथॉरिटी के बारे में हमने रीड किया था ना सोशियोलॉजी में। यस पावर मैम। एंड अथॉरिटी होता क्या है? मैम जिनके पास पावर होती है वो अपने बलबूते पे किसी से भी कोई भी काम करवा सकते हैं और उनका कहना कोई टाल नहीं सकता। बिल्कुल। अथॉरिटी होती है जो हमें एक प्रोफेशन के अकॉर्डिंग मिल जाती है। उसमें पावर भी इंक्लूड होती है कि हम उस अथॉरिटी, हमारे पास अथॉरिटी है। जैसे एक टीचर के पास अथॉरिटी है, अगर वो स्टडी करवाएगा तो साथ में बच्चे को एक डिसिप्लिन में रखना, उसको डिसिप्लिन सिखाना, ठीक है, एक क्या है उसके अच्छे बुरे के लिए डांटना, ये सब उसके पास अथॉरिटी है कि वो ये सब कर सकते हैं। ठीक है। कहता अथॉरिटी दी धारणा दी व्याख्या करो। आपके इंग्लिश मीडियम में या पंजाबी? मैम पंजाबी। पंजाबी है, ठीक है। कहता अथॉरिटी अथॉरिटी है जो राजनीतिक सिद्धांत है ते समाजशास्त्र के अंदर एक संकल्प है। मतलब हम पॉलिटिकल साइंस की बात कर रहे हैं तो उसमें बता रहे हैं कि राजनीतिक सिद्धांत ते समाजशास्त्र ਦੇ एक संकल्प ਦੇ अंदर एक संकल्प का काम करता है। संकल्प क्यों नहीं? मैम वो 1 मिनट होल्ड करना। हाँ जी बोलिए। अ, मैं ना अभी आपको चेक करके बैक कॉल करती हूँ, मेरी क्लास चल रही है अभी। ठीक है। ओके। ਜੋ ਕਿਸੇ ਖਾਸ ਸੰਦਰਭ ਜਾਂ ਡੋਮੇਨ ਦੇ ਅੰਦਰ ਦੂਜਿਆਂ ਨੂੰ ਨਿਯੰਤਰਣ ਕਰਨ ਦੀ ਇੱਕ ਜਾਇਜ਼ ਸ਼ਕਤੀ ਜਾਂ ਅਧਿਕਾਰ ਨੂੰ ਦਰਸਾਉਂਦੀ ਹੈ। ਉਹੀ ਜਿੱਦਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਦੂਸਰਿਆਂ ਨੂੰ ਕੰਟਰੋਲ ਕਰਨਾ, ਤੁਹਾਡੇ ਕੋਲ ਇੱਕ ਪਾਵਰ ਹੈ, ਇੱਕ ਅਥਾਰਟੀ ਹੈ। ਠੀਕ ਹੈ। ਇਸ ਵਿੱਚ ਇੱਕ ਵਿਅਕਤੀ, ਸੰਸਥਾ ਜਾਂ ਸਿਸਟਮ ਨੂੰ ਫੈਸਲੇ ਲੈਣ, ਹੁਕਮ ਜਾਰੀ ਕਰਨ, ਆਗਿਆਕਾਰੀ ਲਾਗੂ ਕਰਨ ਦੀ ਸਹੀ ਯੋਗਤਾ ਹੋਣ ਵਿੱਚ ਸਵੀਕਾਰ करना ਜਾਂ ਮਾਨਤਾ शामिल है। मतलब किसी एक इंडिविजुअल भी हो सकती है, होल सिस्टम भी हो सकता है कि उन्होंने ਅਸੀਂ ਆਰਡਰ ਦੇਣੇ ਨੇਗੇ। ਠੀਕ ਹੈ। ਜਿਹੜੇ ਇੱਕ ਵਧੀਆ ਲਾਅ ਨੇਗੇ, ਵੈਲਿਡ ਲਾਅ ਨੇਗੇ, ਉਹ ਅਸੀਂ ਕਿੱਦਾਂ ਲਾਗੂ ਕਰਨੇ ਨੇਗੇ, ਜਾਂ ਫਿਰ ਉਹਨਾਂ ਨੂੰ ਕਿੱਦਾਂ ਅਸੀਂ ਸਵੀਕਾਰ ਕਰਨਾ ਹੈ। ਇਹ ਚੀਜ਼ਾਂ ਸ਼ਾਮਿਲ ਨੇ। ਕਿਸੇ ਇੰਡੀਵਿਜੂਅਲ ਦੇ ਤੌਰ ਤੇ ਵੀ ਕੰਮ ਕਰਦੇ ਆ, ਮਤਲਬ ਇੱਕ ਵਿਅਕਤੀ ਦੇ ਤੌਰ ਤੇ ਵੀ ਕੰਮ ਕਰ ਸਕਦਾ ਹੈ, ਜਾਂ ਫਿਰ ਕਿਸੇ ਸਿਸਟਮ ਜਾਂ ਸੰਸਥਾ ਦੇ ਥਰੂ ਵੀ ਇਹ ਕੰਮ ਕਰ ਸਕਦਾ ਹੈ। ਜੋ ਅਕਸਰ ਕਾਨੂੰਨਾਂ, ਨਿਯਮਾਂ ਤੇ ਪਰੰਪਰਾਵਾਂ ਜਾਂ ਸਮਾਜਿਕ ਨਿਯਮਾਂ ਤੋਂ ਲਿਆ ਜਾਂਦਾ ਹੈ। अथॉरिटी कादे ਲਈ ਚਾਹੀਦੀ ਹੈ? ਕਾਨੂੰਨ ਬਣਾਉਣ ਲਈ ਚਾਹੀਦੀ ਹੈ, ਨਿਯਮ ਦੇ ਵਿੱਚ ਰਹੋ, ਠੀਕ ਹੈ, ਪਰੰਪਰਾਵਾਂ ਆਪਣੀਆਂ ਜਾਰੀ ਰੱਖੋ, ਜਾਂ ਫਿਰ ਸਮਾਜਿਕ ਨਿਯਮ ਜੋ ਵੀ ਹੈ ਉਹਨਾਂ ਤੋਂ ਲਿਆ ਜਾਂਦਾ ਹੈ। ਹਾਂਜੀ ਸਮਝ ਆ ਰਿਹਾ ਹੈ। ਹਾਂਜੀ रजनी। अथॉरिटी हाँ जी कहता मैम अलग। बोलो। मैं क्या समझ आ रहा है? यस मैम। ਅਥਾਰਟੀ ਅਲੱਗ-ਅਲੱਗ ਰੂਪਾਂ ਦੇ ਵਿੱਚ ਹੋ ਸਕਦੀ ਹੈ। ਜਿਵੇਂ ਕਿ ਕਹਿੰਦਾ ਕਾਨੂੰਨ ਅਥਾਰਟੀ ਹੋ ਸਕਦੀ ਹੈ ਜੋ ਨਿਯਮਾਂ ਦੇ ਆਧਾਰਿਤ ਤੇ ਹੋ ਸਕਦੀ ਹੈ, ਜਾਂ परंपरागत जिवें अपने लंबे समय तो जो बैकग्राउंड तो अपनी चलती आ रही है। कृष्णई अथॉरिटी किसी नेता के निजी गुण या करिश्मे के आधारित ते, ठीक है। तर्कशील अथॉरिटी भी, कानून अथॉरिटी भी हो सकती है। अथॉरिटी किसी भी तरह नाल हो सकती है। अगर ਅਸੀਂ ਕਿਸੇ ਕੰਟਰੀ ਦੀ ਗੱਲ ਕਰੀਏ ਜਾਂ ਪੋਲੀਟੀਕਲ ਸਿਸਟਮ ਦੀ ਕੰਮ ਕਰੀਏ, ਉਹਦੇ ਵਿੱਚ ਕੀ ਆਏਗਾ? ਅਥਾਰਟੀ ਕਿਹਦੇ ਅਕੋਰਡਿੰਗ ਹੋਏਗੀ? ਲਾਅ ਦੇ ਅਕੋਰਡਿੰਗ ਹੋਏਗੀ। ਕਿਆ ਉਹਦੇ ਨॉर्म्स ਬਣੇ ਹੋਏ ਨੇ ਲਾਅ ਦੇ? ਕਿਆ ਰੂਲਸ ਨੇਗੇ? ਠੀਕ ਹੈ, ਉਹਨਾਂ ਨੂੰ ਅਸੀਂ ਫੋਲੋ ਕਰਨਾ ਹੈ। ਫੋਲੋ ਕਰਵਾਉਣ ਲਈ ਕਿਹਨਾਂ ਕੋਲ ਅਥਾਰਟੀ ਹੈ? ਉਹਨਾਂ ਕੋਲ ਇਹ ਵੀ ਅਥਾਰਟੀ ਹੁੰਦੀ ਹੈ ਕਿ ਉਹ ਕਿਵੇਂ ਰੂਲਸ ਨੇਗੇ, ਜੋ ਕਾਨੂੰਨ ਨੇਗੇ, ਨਿਯਮ ਨੇਗੇ, ਉਹ ਬਣਾ ਸਕਦੇ ਨੇਗੇ। ਠੀਕ ਹੈ। ਅਗਰ ਆਪਾਂ ਪੋਲੀਟੀਕਲ ਸਾਇੰਸ ਦੀ ਗੱਲ ਕਰੀਏ ਤੇ ਕਹਿੰਦੇ ਅਲੱਗ-ਅਲੱਗ ਰੂਪਾਂ ਦੇ ਵਿੱਚ ਆਉਂਦੀ ਹੈ। ਹਰ ਇੱਕ ਇੰਸਟੀਚਿਊਟ, ਹਰ ਇੱਕ ਸੁਸਾਇਟੀ, ਹਰ ਇੱਕ ਉਹਦੇ ਵਿੱਚ ਅਲੱਗ-ਅਲੱਗ ਅਥਾਰਟੀ, ਅਲੱਗ-ਅਲੱਗ ਆਥੋਰਾਈਜ਼ ਪਰਸਨ ਕੋਲ ਹੁੰਦੀ ਹੈ। ਔਰ ਅਥਾਰਟੀ ਉਹਨਾਂ ਦੀ ਸਕਿੱਲਸ ਦੇ ਅਕੋਰਡਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ।
ਫੋਰ ਐਗਜ਼ਾਮਪਲ ਕੋਈ ਵਧੀਆ ਟੀਚ ਕਰਦਾ ਹੈ, ਦੈਨ ਉਹਨੂੰ ਟੀਚਿੰਗ ਦਾ ਪ੍ਰੋਫੈਸ਼ਨ ਦਿੱਤਾ ਜਾਊਗਾ, ਉਹਦੇ ਕੋਲ ਅਥਾਰਟੀ ਹੈ ਬੱਚਿਆਂ ਨੂੰ, ਸਟੂਡੈਂਟ ਨੂੰ ਟੀਚ ਕਰਨ ਦਾ, ਦੈਨ ਉਹਨਾਂ ਨੂੰ ਡਿਸਿਪਲਿਨ ਚ ਰੱਖਣ ਦਾ। ਠੀਕ ਹੈ। ਦੈਨ ਉਸ ਤੋਂ ਬਾਅਦ ਹੈ ਪ੍ਰਭਾਵ, ਇਨਫਲੂਐਂਸ। ਇਨਫਲੂਐਂਸ ਆਪਾਂ ਉਸ ਦਿਨ ਪੜ੍ਹਿਆ ਸੀ, ਪ੍ਰਭਾਵ ਕਿਸੇ ਨੂੰ ਅਸੀਂ ਕਿੱਦਾਂ ਅਫੈਕਟ ਕਰਦੇ ਹਾਂ, ਕਿ ਉਹਦੀ ਤੋਂ ਅਥਾਰਟੀ ਕਿੱਦਾਂ ਅਲੱਗ ਕਿਵੇਂ ਹੈ। ਸ਼ਕਤੀ ਦਾ ਆਧਾਰ, ਕਹਿੰਦਾ ਅਥਾਰਟੀ ਆਮ ਤੌਰ ਤੇ ਰਸਮੀ ਜਾਂ ਸੰਸਥਾਗਤ ਸਰੋਤਾਂ ਦੇ ਆਧਾਰ ਤੇ ਆਧਾਰਿਤ ਹੁੰਦੀ ਹੈ, ਜਿਵੇਂ ਕਿ ਕਾਨੂੰਨੀ ਨਿਯਮ ਜਾਂ ਪਰੰਪਰਾਵਾਂ ਜੋ ਨਿਰੰਤਰਣ ਦਾ ਅਧਿਕਾਰ ਪ੍ਰਦਾਨ ਕਰਦੇ ਹਨ। ਇਸ ਦੇ ਉਲਟ ਪ੍ਰਭਾਵ ਨਿੱਜੀ ਗੁਣਾ, ਮੁਹਾਰਤ, ਪ੍ਰੇਰਨਾ ਜਾਂ ਸਮਾਜਿਕ ਸੰਬੰਧਾਂ ਤੋਂ ਪੈਦਾ ਹੁੰਦੀ ਹੈ, ਬਿਨਾਂ ਜ਼ਰੂਰੀ ਤੌਰ ਤੇ ਸ਼ਕਤੀ ਦਾ ਰਸਮੀ ਆਧਾਰ ਹੋਣਾ। ਸ਼ਕਤੀ ਦਾ ਆਧਾਰ ਕੀ ਕਹਿ ਰਹੇ ਕਿ ਅਥਾਰਟੀ ਹੈ ਜਿਹੜੀ, ਜਾਂ ਤਾਂ ਉਹ ਆਪਾਂ ਨੂੰ ਆਪਣੇ ਪ੍ਰੋਫੈਸ਼ਨ ਦੇ ਅਕੋਰਡਿੰਗ ਮਿਲਦੀ ਹੈ, ਸੌਰੀ, ਜਾਂ ਆਪਾਂ ਨੂੰ ਪ੍ਰੋਫੈਸ਼ਨ ਦੇ ਅਕੋਰਡਿੰਗ ਮਿਲਦੀ ਹੈ, ਠੀਕ ਹੈ, ਜਾਂ ਆਪਣੀ ਸਕਿੱਲਸ ਦੇ ਅਕੋਰਡਿੰਗ ਆਪਾਂ ਨੂੰ ਮਿਲਦੀ ਹੈ। ਤੇ ਇਹਦੇ ਉਲਟ ਜੋ ਇਨਫਲੂਐਂਸ ਹੈ, ਇਨਫਲੂਐਂਸ ਆਪਣੇ ਵਿੱਚ ਹੀ ਹੁੰਦਾ ਹੈ ਕਿ ਆਪਾਂ ਕਿੱਦਾਂ ਇੱਕ ਦੂਸਰੇ ਨੂੰ ਦੂਸਰੇ ਪਰਸਨ ਨੂੰ ਕਿੱਦਾਂ ਅਫੈਕਟ ਕਰ ਸਕਦੇ ਹਾਂ, ਆਪਣੇ ਵਿੱਚ ਕੀ ਕੁਆਲਿਟੀਜ਼ ਨੇਗੀਆਂ, ਠੀਕ ਹੈ, ਆਪਣਾ ਪਰਸਨਲ ਅਫੈਕਟ ਕੀ ਹੈ ਉਹਨਾਂ ਤੇ, ਕਿੱਦਾਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਆ, ਕਿੱਦਾਂ ਉਹਨਾਂ ਨਾਲ ਸੋਸ਼ਲ ਰਿਲੇਸ਼ਨ ਆਪਾਂ ਬਣਾ ਸਕਦੇ ਆ। ਇਹ ਆਪਣੇ ਆਪਣੇ ਨੇਚਰ ਤੇ ਡਿਪੈਂਡ ਕਰਦਾ ਹੈ। ਉਸ ਤੋਂ ਬਾਅਦ ਹੈ ਜਾਇਜ਼ਤਾ। ਅਥਾਰਟੀ ਨੂੰ ਇਸ ਦੀ ਜਾਇਜ਼ਤਾ ਦੁਆਰਾ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ, ਮਤਲਬ ਕਿ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸ ਦੇ ਅਧੀਨ ਲੋਕਾਂ ਨੂੰ ਸਹੀ ਮੰਨਿਆ ਜਾਂਦਾ ਹੈ। ਜਾਇਜ਼ਤਾ ਕਾਨੂੰਨੀ, ਪਰੰਪਰਾਗਤ ਅਤੇ ਕ੍ਰਿਸ਼ਮਈ ਸਰੋਤਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਮਤਲਬ ਇੱਕ ਵੈਲੀਡੇਸ਼ਨ ਹੋਣੀ ਜ਼ਰੂਰੀ ਹੈ ਅਥਾਰਟੀ ਦੇ ਵਿੱਚ। ਅਗਰ ਕਿਸੇ ਨੂੰ ਕੋਈ ਅਥਾਰਟੀ ਮਿਲੀ ਹੈ, ਦੈਨ ਉਹਦੇ ਕੋਲ ਉਹਦਾ ਸਰਟੀਫਿਕੇਟ ਹੁੰਦਾ ਹੈ, ਉਹਦੇ ਕੋਲ ਉਹਦਾ ਫੋਰ ਐਗਜ਼ਾਮਪਲ ਹੀ ਲਗਾ ਲਓ, ਲਾਇਰ ਕੋਲ ਅਥਾਰਟੀ ਹੈ, ਲਾਇਰ ਦੀ ਅਥਾਰਟੀ ਹੈ ਇਹ ਕਿ ਉਹ ਕੋਰਟ ਦੇ ਵਿੱਚ ਕੇਸ ਫਾਈਲ ਲੜ ਸਕਦਾ ਹੈ, ਠੀਕ ਹੈ, ਬਟ ਉਹਦੇ ਲਈ ਉਹਦੇ ਕੋਲ ਇੱਕ ਆਪਣਾ ਲਾਇਸੈਂਸ ਹੋਣਾ ਚਾਹੀਦਾ ਹੈ, ਠੀਕ ਹੈ, ਉਹਦੇ ਕੋਲ ਉਸ ਪ੍ਰੋਫੈਸ਼ਨ ਦੇ ਰਿਗਾਰਡਿੰਗ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹਦੀ ਸਕਿੱਲਸ ਉਦਾਂ ਦੀਆਂ ਹੋਣੀਆਂ ਚਾਹੀਦੀਆਂ ਨੇਗੀਆਂ। ਜਦ ਕਿ ਦੂਸਰੇ ਦੇ ਵਿੱਚ, ਇਨਫਲੂਐਂਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ। ਜੋ ਆਪਣੇ ਆਸੇ ਪਾਸੇ ਦੀ ਇਨਵਾਇਰਨਮੈਂਟ ਹੈ ਉਹ ਸਾਡੀਆਂ ਸਾਨੂੰ ਇੰਡੀਵਿਜੂਅਲੀ ਅਫੈਕਟ ਕਰਦਾ ਹੈ। ਜਿਹੜੀ ਅਥਾਰਟੀ ਹੈ ਸਾਡੇ ਬੈਕਗ੍ਰਾਉਂਡ ਤੋਂ ਵੀ ਜਲਦੀ ਆ ਸਕਦੀ ਹੈ, ਠੀਕ ਹੈ, ਸਾਨੂੰ ਲੀਗਲੀ ਵੀ ਮਿਲ ਸਕਦੀ ਹੈ, ਜਾਂ ਫਿਰ ਜਿਹੜੀ ਅਸੀਂ ਅਲੱਗ-ਅਲੱਗ ਸੋਰਸਿਸ ਨੇਗੇ ਉਹਨਾਂ ਤੋਂ ਵੀ ਅਸੀਂ ਲੈ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਇਹ ਲਾਗੂਕਰਨ ਵਿਧੀ। ਲਾਗੂਕਰਨ ਵਿਧੀਆਂ ਦੇ ਵਿੱਚ ਕੀ ਹੈ, ਅਥਾਰਟੀ ਵਿੱਚ ਅਕਸਰ ਪਾਬੰਦੀਆਂ ਦੀਆਂ ਇਨਾਮਾਂ ਦੁਆਰਾ ਪਾਲਣਾ ਨੂੰ ਲਾਗੂ ਕਰਾਉਣ ਦੀ ਯੋਗਤਾ ਸ਼ਾਮਿਲ ਹੈ। ਅਥਾਰਟੀ ਫੋਰ ਐਗਜ਼ਾਮਪਲ ਲਈ ਅਗਰ ਆਪਾਂ ਕਿਸੇ ਬਿਜ਼ਨਸ ਦੀ ਗੱਲ ਕਰੀਏ, ਉੱਥੇ EMPLOYEES ਅਪਾਇੰਟ ਕੀਤੇ ਹੋਏ ਨੇ ਤੇ ਉਹਨਾਂ ਤੋਂ ਅਸੀਂ ਕੰਮ ਲੈਣਾ ਹੈ, ਠੀਕ ਹੈ, ਉਹਨਾਂ ਨੂੰ ਅਸੀਂ ਇੱਕ ਲਾਲਚ ਦਵਾਂਗੇ, ਲਾਲਚ ਇਨ ਦਾ ਸੈਂਸ ਕੋਈ ਰਿਵਾਰਡ ਦਵਾਂਗੇ ਉਹਨਾਂ ਨੂੰ ਕਿ ਤੁਹਾਡਾ ਇੰਨਾ ਇਨਸੈਂਟਿਵ ਹੋਏਗਾ, ਤੁਸੀਂ ਇਹ ਆਪਣਾ ਟਾਰਗੇਟ ਪੂਰਾ ਕਰਨਾ ਹੈ, ਮਤਲਬ ਸਾਡੇ ਕੋਲ ਇਹ ਅਥਾਰਟੀ ਹੈਗੀ ਹੈ। ਔਰ ਇਹ ਹਰ ਕੋਈ ਜਨਾ ਖਨਾ ਨਹੀਂ ਕਰ ਸਕਦਾ, ਕਿਸੇ ਇੱਕ ਪਾਰਟਿਕੂਲਰ ਮੈਨੇਜਰ ਕੋਲ ਅਥਾਰਟੀ ਹੁੰਦੀ ਹੈ ਕਿ ਉਹ ਇਦਾਂ ਦੇ ਰਿਵਾਰਡਸ ਰੱਖ ਸਕਦਾ ਹੈ, ਉਹਨਾਂ ਲਈ ਇਨਸੈਂਟਿਵਸ ਰੱਖ ਸਕਦਾ ਹੈ, ਠੀਕ ਹੈ, ਕੁਝ ਲਿਮਿਟੇਸ਼ਨਸ ਨੇਗੀਆਂ ਕਿ ਉਹਨਾਂ ਦੇ ਅੰਡਰ ਰਹਿ ਕੇ, ਲਿਮਿਟਸ ਨੇਗੀਆਂ ਉਹਨਾਂ ਦੇ ਅੰਡਰ ਰਹਿ ਕੇ ਕੰਮ ਕਰ ਸਕਦਾ ਹੈ। ਮਤਲਬ ਅਥਾਰਟੀ ਦੇ ਥਰੂ ਅਸੀਂ ਉਦਾਂ ਕੰਮ ਕਰਵਾ ਸਕਦੇ ਹਾਂ ਜਿਸ ਦਾ ਸਮਰਥਨ ਸ਼ਾਸਨ ਪ੍ਰਣਾਲੀ ਜਾਂ ਸੰਸਥਾ ਦੀ ਜਾਇਜ਼ਤਾ ਦੁਆਰਾ ਕੀਤਾ ਜਾਂਦਾ ਹੈ। ਮਤਲਬ ਇੰਸਟੀਟਿਊਟ ਇਸ ਚੀਜ਼ ਨੂੰ, ਕੋਈ ਵੀ ਬਿਜ਼ਨਸ ਆਰਗੇਨਾਈਜੇਸ਼ਨ ਹੈ ਜਾਂ ਫਿਰ ਕੋਈ ਸ਼ਾਸਨ ਪ੍ਰਣਾਲੀ ਹੈ, ਉਹ ਇਸ ਚੀਜ਼ ਨੂੰ ਵੈਲਿਡ ਸਮਝਦੀ ਹੈ। ਇਸ ਦੇ ਉਲਟ ਪ੍ਰਭਾਵ ਵਿਵਹਾਰ ਜਾਂ ਫੈਸਲਿਆਂ ਨੂੰ ਆਕਾਰ ਦੇਣ ਲਈ ਪ੍ਰੇਰਨਾ, ਗੱਲਬਾਤ ਜਾਂ ਸਮਾਜਿਕ ਦਬਾਅ ਤੇ ਜ਼ਿਆਦਾ ਨਿਰਭਰ ਕਰਦੇ ਹੈ। ਸਮਝ ਹੀ ਆ ਗਿਆ ਹੋਏਗਾ ਇਨਫਲੂਐਂਸ ਕੀ ਕਹਿੰਦਾ ਹੈ, ਕਿ ਸਾਡੇ ਬਿਹੇਵੀਅਰ ਤੇ, ਠੀਕ ਹੈ, ਕਿੱਦਾਂ ਅਸੀਂ ਉਹ ਕਿਸੇ ਨੂੰ ਮੋਟੀਵੇਟ ਕਰ ਰਹੇ ਹਾਂ, ਸਾਡਾ ਸੌਰੀ ਸਾਡਾ ਕਿੱਦਾਂ ਦਾ ਅਫੈਕਟ ਹੈ, ਠੀਕ ਹੈ, ਕਨਵਰਸੇਸ਼ਨ ਦਾ ਸਾਡਾ ਵੇ ਕਿੱਦਾਂ ਦਾ ਹੈ, ਵੇ ਆਫ ਸਪੀਕਿੰਗ ਕਿੱਦਾਂ ਦਾ ਹੈ, ਕਿੱਦਾਂ ਅਸੀਂ ਕਿਸੇ ਨੂੰ ਅਫੈਕਟ ਕਰ ਸਕਦੇ ਹਾਂ, ਪਰਸਨੈਲਿਟੀ ਸਾਡੀ ਕਿੱਦਾਂ ਅਫੈਕਟ ਕਰ ਸਕਦੀ ਹੈ। ਮੈਂ ਸੋਸ਼ੀਓਲੋਜੀ ਦੇ ਵਿੱਚ ਵੀ ਦੱਸਿਆ ਸੀ ਕਿ ਕੁਝ ਬੰਦਿਆਂ ਦੀ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ, ਉਹਨਾਂ ਨੂੰ ਦੇਖ ਰਹੀ ਹੈ ਨਾ ਬੰਦਾ ਅਫੈਕਟ ਹੋ ਜਾਂਦਾ ਹੈ, ਠੀਕ ਹੈ। और जो है
ਅਥਾਰਟੀ ਤੇ ਇਨਫਲੂਐਂਸ ਦੋਨੇ ਇੱਕ ਪਰਸਨ ਦੇ ਵਿੱਚ ਹੋ ਸਕਦੇ ਨੇਗੇ। ਦੈਨ ਉਸ ਤੋਂ ਬਾਅਦ ਹੈ ਰਸੀਮਤਾ। ਰਸੀਮਤਾ ਦੇ ਵਿੱਚ ਕੀ ਹੈ, ਕਹਿੰਦਾ ਅਥਾਰਟੀ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਿਤ ਭੂਮਿਕਾਵਾਂ, ਨਿਯਮਾਂ ਤੇ ਪ੍ਰਕਿਰਿਆਵਾਂ ਦੇ ਨਾਲ ਸਥਾਪਿਤ ਸੰਸਥਾਵਾਂ ਜਾਂ ਲੜੀ ਦੇ ਅੰਦਰ ਰਸਮੀ ਬਣਾਇਆ ਜਾਂਦਾ ਹੈ। ਪ੍ਰਭਾਵ ਰਸਮੀ, ਗੈਰ ਰਸਮੀ ਸੈਟਿੰਗਾਂ ਦੋਵਾਂ ਵਿੱਚ ਕੰਮ ਕਰ ਸਕਦਾ ਹੈ। ਇਹ ਜ਼ਰੂਰੀ ਤੌਰ ਤੇ ਵਿਸ਼ੇਸ਼ ਭੂਮਿਕਾ ਜਾਂ ਅਥਾਰਟੀ ਦੇ ਅਹੁਦਿਆਂ ਨਾਲ ਜੁੜਿਆ ਨਹੀਂ ਹੋ ਸਕਦਾ। ਕਿਦਾ ਅਥਾਰਟੀ ਨੂੰ ਪ੍ਰਭਾਵਿਤ ਭੂਮਿਕਾਵਾਂ ਮਤਲਬ ਕਿ ਉਹਦੇ ਇੱਕ ਪੋਸਟ ਹੁੰਦੀ ਹੈ, ਉਹਦਾ ਇੱਕ ਪ੍ਰੋਫੈਸ਼ਨ ਹੁੰਦਾ ਹੈ, ਠੀਕ ਹੈ, ਜਿਹਦੇ ਵਿੱਚ ਉਹਨੂੰ ਅਥਾਰਟੀ ਮਿਲਦੀ ਹੈ। ਕੁਝ ਰੂਲਸ ਹੁੰਦੇ ਨੇ, ਉਹਦੇ ਕੁਝ ਨੋਰਮਸ ਬਣੇ ਹੁੰਦੇ ਨੇ, ਉਹਦੇ ਲਈ ਵੀ ਕੋਈ ਪ੍ਰੋਸੈਸ ਬਣਿਆ ਹੁੰਦਾ ਹੈ ਕਿ ਜਿਹਦੇ ਤੋਂ ਉਹਨੂੰ ਅਥਾਰਟੀ ਮਿਲ ਸਕਦੀ ਹੈ। ਕੋਈ ਸੰਸਥਾ ਵੀ ਹੋ ਸਕਦੀ ਹੈ, ਮਤਲਬ ਇੰਸਟੀਚਿਊਟ ਵੀ ਹੋ ਸਕਦੇ ਨੇ ਜਿੱਥੇ ਉਹ ਕੰਮ ਕਰ ਰਹੇ ਹੈ, ਉਹ ਜਗ੍ਹਾ ਹੋ ਸਕਦੀ ਹੈ। ਜਦ ਕਿ ਜੋ ਸਾਡਾ ਅਫੈਕਟ ਹੈ, ਇਨਫਲੂਐਂਸ ਕਰਦੇ ਹਾਂ ਅਸੀਂ ਕਿਸੇ ਨੂੰ, ਉਹ ਸਾਨੂੰ ਇਹ ਨਹੀਂ ਹੈਗਾ ਕਿ ਸਾਨੂੰ ਪ੍ਰੋਫੈਸ਼ਨ ਦੇ ਅਕੋਰਡਿੰਗ ਮਿਲੇਗਾ ਜਾਂ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਉਹ ਨੈਚੁਰਲੀ ਸਾਨੂੰ ਕਿਸੇ ਨੂੰ ਅਫੈਕਟ ਕਰ ਸਕਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਨਿਯੰਤਰਣ ਦਾ ਦਾਇਰਾ। ਅਥਾਰਟੀ ਆਮ ਤੌਰ ਤੇ ਖਾਸ ਡੋਮੇਨਾ ਜਾਂ ਸੰਦਰਭਾਂ ਤੱਕ ਫੈਲਦੀ ਹੈ ਜਿੱਥੇ ਵਿਅਕਤੀ ਅਤੇ ਸੰਸਥਾ ਜਾਇਜ਼ ਸ਼ਕਤੀ ਰੱਖਦੇ ਹਨ। ਮਤਲਬ ਇਹਦੇ ਕੰਟਰੋਲ ਕਰਨ ਦੀ ਇੱਕ ਲਿਮਿਟ ਹੈ, ਇੱਕ ਏਰੀਆ ਹੈ ਜਿਹਨੂੰ ਇਹ ਕੰਟਰੋਲ ਕਰ ਸਕਦਾ ਹੈ। ਫੋਰ ਐਗਜ਼ਾਮਪਲ ਪ੍ਰੋਡਕਸ਼ਨ ਦਾ ਮੈਨੇਜਰ ਹੈ, ਉਹ ਪ੍ਰੋਡਿਊਸ ਕਰਵਾ ਰਿਹਾ, ਉਹ ਆਪਣੇ ਵਰਕਰਸ ਨੂੰ ਟਾਰਗੇਟ ਦੇ ਰਿਹਾ ਹੈ ਕਿ ਤੁਸੀਂ ਇਹਨਾਂ ਅਚੀਵ ਕਰਨਾ ਹੈ। ਠੀਕ ਹੈ। ਉਹ ਆਪਣੀ ਪ੍ਰੋਡਕਸ਼ਨ ਦੇ ਡਿਪਾਰਟਮੈਂਟ ਤੇ ਅਥਾਰਟੀ ਰੱਖ ਸਕਦਾ ਹੈ, ਉਹਦੀ ਅਥਾਰਟੀ ਆਪਣੇ ਪ੍ਰੋਡਕਸ਼ਨ ਦੇ ਡਿਪਾਰਟਮੈਂਟ ਦੀ ਹੋ ਸਕਦੀ ਹੈ। ਬਟ ਅਗਰ ਗੱਲ ਕਰੀਏ ਕਿ ਉਹ ਸੇਲਸ ਦੇ ਵਿੱਚ ਜਾ ਕੇ ਇੰਟਰਫੇਅਰ ਕਰੇਗਾ ਕਿ ਮੈਂ ਪ੍ਰੋਡਕਸ਼ਨ ਕਰਕੇ ਦੇ ਰਿਹਾ, ਤੁਹਾਡੀ ਸੇਲ ਨਹੀਂ ਹੋ ਰਹੀ ਹੈਗੀ, ਇੱਕ ਮੈਨੇਜਰ ਨਹੀਂ ਕਰ ਸਕਦਾ। ਹਾਂ, ਟੌਪ ਲੈਵਲ ਦੀ ਮੈਨੇਜਮੈਂਟ ਇੰਟਰਫੇਅਰ ਕਰ ਸਕਦੀ ਹੈ, ਓਨਰ ਸੀਈਓ ਕਰ ਸਕਦੇ ਨੇ, ਬਟ ਮੇਨ ਅਥਾਰਟੀ ਮੈਨੇਜਰ ਕੋਲ ਹੈ ਇਸ ਟਾਈਮ। ਉਹ ਜਾ ਕੇ ਇੰਟਰਫੇਅਰ ਨਹੀਂ ਕਰ ਸਕਦਾ ਕਿ ਹਾਂ ਸਾਡੀ ਥੋੜੀ ਸੇਲ ਨਹੀਂ ਹੋ ਰਹੀ, ਜਾਂ ਫਿਰ ਸਾਡਾ ਰॉ ਮਟੀਰੀਅਲ ਵਾਲੇ ਡਿਪਾਰਟਮੈਂਟ ਕੋਲ ਨਹੀਂ ਜਾ ਸਕਦਾ। ਮਤਲਬ ਅਲੱਗ-ਅਲੱਗ ਉਹਦੀ ਇੱਕ ਲਿਮਿਟ ਹੈ ਵੀ ਉਹ ਆਪਣੇ ਹੀ ਏਰੀਆ ਦੇ ਵਿੱਚ ਆਪਣੀ ਅਥਾਰਟੀ ਨੂੰ ਯੂਜ਼ ਕਰ ਸਕਦਾ ਹੈ। ਠੀਕ ਹੈ। ਅਤੇ ਪ੍ਰਭਾਵਕ ਦੀ मैम ਪ੍ਰੇਰਕ ਯੋਗਤਾ। ਹਾਂਜੀ। ਹਾਂਜੀ कुछ नहीं। रजनी। ओके। कुछ नहीं मैम, मैं सुन रही हूँ। ठीक है। ਪ੍ਰਭਾਵਕ ਦੀ ਪ੍ਰੇਰਕ ਯੋਗਤਾ ਜਾਂ ਸਮਾਜਿਕ ਪੂੰਜੀ ਤੇ ਨਿਰਭਰ ਕਰਦੇ ਹੋਏ ਪਰਸਪਰ ਪ੍ਰਭਾਵ ਦੀਆਂ ਸਥਿਤੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਫੈਲ ਸਕਦਾ ਹੈ। ਅਗਰ ਇਨਫਲੂਐਂਸ ਦੀ ਗੱਲ ਕਰੀਏ ਤੇ ਅਲੱਗ-ਅਲੱਗ ਕਹਿੰਦਾ ਵੱਡੇ ਲੈਵਲ ਤੇ ਫੈਲ ਸਕਦਾ ਹੈ। ਅਗਰ ਸਾਡੀ ਪਰਸਨੈਲਿਟੀ ਇਦਾਂ ਦੀ ਹੈ ਕਿ ਅਸੀਂ ਅੱਜ ਇੱਕ ਬੰਦੇ ਨੂੰ ਅਫੈਕਟ ਕਰ ਰਹੇ ਹਾਂ ਤੇ ਨੈਚੁਰਲੀ ਅਗਰ 100 ਚ ਲਗਾਈਏ ਤੇ 99% ਅਸੀਂ ਬਾਕੀ ਲੋਕਾਂ ਨੂੰ ਵੀ ਆਪਣੇ ਬਿਹੇਵੀਅਰ ਨਾਲ, ਆਪਣੇ ਅਫੈਕਟ ਨਾਲ, ਆਪਣੀ ਪਰਸਨੈਲਿਟੀ ਨਾਲ ਅਫੈਕਟ ਕਰ ਸਕਦੇ ਹਾਂ। ਕੋਈ ਇੱਕ ਅੱਧਾ ਪਰਸੈਂਟ ਹੋਏਗਾ ਕਿ ਅਸੀਂ ਨਹੀਂ ਕਰ ਸਕਦੇ, ਮਤਲਬ ਅਸੀਂ ਇਹਦੇ ਵਿੱਚ ਵੱਡੇ ਲੈਵਲ ਤੇ ਅਫੈਕਟ ਕਰ ਸਕਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਇਹ ਪ੍ਰਭਾਵ ਅਤੇ ਅਥਾਰਟੀ ਨੂੰ ਪਰਿਭਾਸ਼ਿਤ ਕਰੋ। ਸਾਰਾ ਸੇਮ ਹੀ ਹੈ। ਹੁਣ ਆਪਾਂ ਪ੍ਰਭਾਵ ਇਨਫਲੂਐਂਸ ਵੀ ਪੜ੍ਹ ਲਿਆ, ਅਥਾਰਟੀ ਵੀ ਪੜ੍ਹ ਲਈ ਹੈ। ਠੀਕ ਹੈ। जैसे ਉਸ ਤੋਂ ਬਾਅਦ ਇਹਦੇ ਵਿੱਚ ਰਿਲੇਸ਼ਨ ਤੇ ਡਿਫਰੈਂਸ ਦੱਸਿਆ ਹੋਇਆ ਹੈ, ਇਹ ਵੀ ਆਪਾਂ ਪੜ੍ਹਿਆ ਹੈ ਉੱਪਰ। ਪਹਿਲਾਂ ਦੋਨਾਂ ਚੀਜ਼ਾਂ ਨੂੰ ਐਕਸਪਲੇਨ ਕਰਦੇ ਦੈਨ ਉਸ ਤੋਂ ਬਾਅਦ ਉਹਨਾਂ ਦੇ ਡਿਫਰੈਂਸਸ ਪੜ੍ਹ ਲੈਣਗੇ। ਅਥਾਰਟੀ ਦੀ ਧਾਰਨਾ। ਕਿਸੇ ਅਥਾਰਟੀ ਦੀ ਪ੍ਰਕਿਰਤੀ ਬਾਰੇ ਪ੍ਰੋਫੈਸਰ ਬੀਚ ਦੁਆਰਾ ਪ੍ਰਚਾਰੇ ਗਏ ਸਿਧਾਂਤਾਂ ਦੀ ਵਿਆਖਿਆ ਕਰੋ। ਪ੍ਰੋਫੈਸਰ ਬੀਚ ਨੇ ਜਿਨ੍ਹਾਂ ਨੇ ਕੁਝ ਪ੍ਰਿੰਸੀਪਲਸ ਦਿੱਤੇ ਨੇ ਅਥਾਰਟੀ ਦੇ ਰਿਗਾਰਡਿੰਗ, ਉਹਨਾਂ ਨੂੰ ਅਸੀਂ ਐਕਸਪਲੇਨ ਕਰਨਾ ਹੈ। ਕਹਿੰਦਾ ਅਥਾਰਟੀ ਕਿਸੇ ਖਾਸ ਸੰਦਰਭ ਜਾਂ ਡੋਮੇਨ ਦੁਆਰਾ ਦੇ ਅੰਦਰ, ਮਤਲਬ ਕਿਸੇ ਇੰਸਟੀਚਿਊਟ ਦੀ ਲਗਾ ਲਓ ਜਾਂ ਫਿਰ ਕਿਸੇ ਖਾਸ ਕੰਸੈਪਟ ਦੀ ਲਗਾ ਲਓ, ਕੰਟੈਕਸਟ ਦੀ ਲਗਾ ਲਓ ਕਿ ਉਹਦੇ ਅੰਦਰ ਦੂਜਿਆਂ ਨੂੰ ਕਿੱਦਾਂ ਕੰਟਰੋਲ ਕਰਨਾ ਹੈ। ਠੀਕ ਹੈ। ਉਹਦੀ ਇੱਕ ਵੈਲਿਡ ਪਾਵਰ ਸਾਡੇ ਕੋਲ ਹੈ, ਇੱਕ ਵੈਲਿਡ ਰਾਈਟ ਸਾਡੇ ਕੋਲ ਹੈ ਕਿ ਅਸੀਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਇਹ ਕਿਸੇ ਵਿਅਕਤੀ, ਸੰਸਥਾ ਜਾਂ ਪ੍ਰਣਾਲੀ ਨੂੰ ਫੈਸਲੇ ਲੈਣ, ਹੁਕਮ ਜਾਰੀ ਕਰਨ ਅਤੇ ਅਧਿਕਾਰੀਆਂ ਆਗਿਆਕਾਰੀਆਂ ਨੂੰ ਲਾਗੂ ਕਰਨ
ਦੀ ਸਹੀ ਯੋਗਤਾ ਹੋਣ ਦੇ ਰੂਪ ਵਿੱਚ ਸਵੀਕਾਰ ਜਾਂ ਮਾਨਤਾ ਨੂੰ ਦਰਸਾਉਂਦਾ ਹੈ। ਉਹੀ ਜੋ ਮੈਂ ਚੀਜ਼ ਤੁਹਾਨੂੰ ਦੱਸੀ ਹੈ ਕਿ ਅਥਾਰਟੀ अगर किसी अगर कोई इंडिविजुअल भी है या फिर कोई इंस्टीट्यूट भी है या कोई प्रोसेस है प्रणाली चल रही है ठीक है ਉਹਦੇ ਵਿੱਚ ਉਹਨੂੰ ਡਿਸੀਜਨ ਲੈਣ ਦਾ ਵੀ ਹੈ ਆਰਡਰ ਕਰਨ ਦਾ ਵੀ ਹੈ ਠੀਕ ਹੈ ਡਿਸਪਲਿਨ ਮੇਨਟੇਨ ਕਰਨ ਦੀ ਵੀ ਉਹਦੇ ਵਿੱਚ ਉਹਦੇ ਕੋਲ ਪਾਵਰ ਹੈਗੀ ਹੈ ਬਟ ਉਹ ਕੀ ਹੋਣੀ ਚਾਹੀਦੀ ਹੈ ਉਹਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਮਤਲਬ ਉਹਦੇ ਕੋਲ ਉਹ ਚੀਜ਼ ਕੁਆਲੀਫਾਈਡ ਉਹਦੇ ਕੋਲ ਸਕਿੱਲਸ ਹੋਣੀਆਂ ਚਾਹੀਦੀਆਂ ਨੇ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਆਪਣੀ ਅਥਾਰਟੀ ਦੇ ਅਕੋਰਡਿੰਗ ਅਥਾਰਟੀ ਅਕਸਰ ਰਸਮੀ ਜਾਂ ਸੰਸਥਾਗਤ ਸਰੋਤਾਂ ਤੇ ਆਧਾਰਿਤ ਹੁੰਦੀ ਹੈ ਜਿਵੇਂ ਕਿ ਕਾਨੂੰਨ ਨਿਯਮਾਂ ਪਰੰਪਰਾਵਾਂ ਜਾਂ ਸਮਾਜਿਕ ਨਿਯਮਾਂ ਠੀਕ ਹੈ ਅਥਾਰਟੀ ਦੇ ਕਈ ਰੂਪ ਹਨ ਜਿਸ ਵਿੱਚ ਸ਼ਾਮਿਲ ਹਨ ਕਾਨੂੰਨ ਅਥਾਰਟੀ ਵੀ ਆ ਸਕਦੀ ਹੈ ਜੋ ਲੀਗਲੀ ਲੈਵਲ ਦੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕਹਿੰਦਾ ਸਰਕਾਰੀ ਸੰਸਥਾਵਾਂ ਹੁੰਦੀਆਂ ਨੇ ਕਾਨੂੰਨ ਅਥਾਰਟੀ ਅਕਸਰ ਕਿਹਨਾਂ ਨਾਲ ਜੁੜੀ ਹੋਏਗੀ ਜੋ ਗਵਰਨਮੈਂਟ ਇੰਸਟੀਟਿਊਟ ਹੁੰਦੇ ਨੇਗੇ ਉਸ ਤੋਂ ਬਾਅਦ ਹੈ ਪਰੰਪਰਾਗਤ ਅਥਾਰਟੀ ਪਰੰਪਰਾਗਤ ਕੀ ਹੁੰਦਾ ਹੈ ਲੰਬੇ ਸਮੇਂ ਤੋਂ ਚੱਲੇ ਆ ਰਹੇ ਰੀਤੀ ਰਿਵਾਜ ਪਰੰਪਰਾਵਾਂ ਜਾਂ ਸੱਭਿਅਕ ਪ੍ਰਥਾਵਾਂ ਜੋ ਇੱਕ ਤਰ੍ਹਾਂ ਨਾਲ ਸਾਡੀ ਬੈਕਗ੍ਰਾਉਂਡ ਤੋਂ ਚਲਦੀ ਆਂਦੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਕ੍ਰਿਸ਼ਮੀ ਅਥਾਰਟੀ ਜਿਵੇਂ ਕਿਸੇ ਦੇ ਵਿੱਚ ਕੋਈ ਪਰਸਨਲ ਉਹਦੇ ਕੁਆਲਿਟੀਜ਼ ਹੁੰਦੀਆਂ ਨੇ ਠੀਕ ਹੈ ਲੀਡਰਸ਼ਿਪ ਦੀ ਹੋ ਸਕਦੀ ਹੈ ਕੋਈ ਨੈਚੁਰਲੀ ਉਹਨੂੰ ਮਿਲੀ ਹੋ ਸਕਦੀ ਹੈ ਉਹ ਆ ਜਾਂਦੀ ਹੈ ਨੀ ਕ੍ਰਿਸ਼ਮੀ ਅਥਾਰਟੀ ਠੀਕ ਹੈ ਉਸ ਤੋਂ ਬਾਅਦ ਹੈ ਤਰਕਸ਼ੀਲ ਇਹ ਵੀ ਲੀਗਲ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਗਵਰਨਮੈਂਟ ਇੰਸਟੀਚਿਊਟ ਦੇ ਨਾਲ ਜੁੜੀਆਂ ਹੁੰਦੀਆਂ ਨੇਗੀਆਂ ਜਿਵੇਂ ਲੀਗਲ ਰੂਲਸ ਹੋ ਗਏ ਕਿੱਦਾਂ ਕਿੱਦਾਂ ਦੇ ਪ੍ਰੋਸੈਸ ਨੇਗੇ ਜਾਂ ਫਿਰ ਤਰਕਸ਼ੀਲ ਕਾਨੂੰਨੀ ਸਿਧਾਂਤ ਕਿਹੜੇ ਕਿਹੜੇ ਨੇਗੇ ਠੀਕ ਹੈ ਉਹਨਾਂ ਵਿੱਚ ਜੋ ਵੀ ਹੈ ਨੌਕਰਸ਼ਾਹੀ ਸੰਸਥਾਵਾਂ ਤੇ ਕਾਨੂੰਨ ਦੇ ਰਾਜ ਨਾਲ ਜੋ ਜੁੜੀਆਂ ਹੁੰਦੀਆਂ ਨੇਗੀਆਂ ਪ੍ਰੋਫੈਸਰ ਸਟੀਫਨ ਵਿਚ ਕੀ ਕਹਿ ਰਹੇ ਨੇਗੇ ਉਹਨਾਂ ਦੇ ਸਿਧਾਂਤ ਕੀ ਹੈ ਕਹਿੰਦੇ ਉਹਨਾਂ ਨੇ ਆਪਣੇ ਸਿਧਾਂਤ ਦੁਆਰਾ ਅਥਾਰਟੀ ਦੀ ਸਮਝ ਦੇ ਵਿੱਚ ਯੋਗਦਾਨ ਪਾਇਆ ਹੈ ਖਾਸ ਤੌਰ ਤੇ ਅਥਾਰਟੀ ਸੰਬੰਧਾਂ ਦੀ ਪ੍ਰਕਿਰਤੀ ਅਤੇ ਗਤੀਸ਼ੀਲ ਤੇ ਕੇਂਦਰਿਤ ਕਰਦੇ ਹੋਏ ਜਿਹੜੇ ਅਥਾਰਟੀ ਰਿਲੇਸ਼ਨ ਨੇਗੇ ਤੇ ਜੋ ਵੀ ਉਹਨਾਂ ਦੇ ਵਿੱਚ ਮੂਵਮੈਂਟਸ ਹੋਏ ਨੇ ਉਹਨਾਂ ਨੂੰ ਇੱਕ ਸੈਂਟਰ ਕਰਦੇ ਹੋਏ ਉਹਨਾਂ ਨੇ ਕੀ ਕਹਿ ਸਕਦੇ ਆ ਮਤਲਬ ਉਹ ਚੀਜ਼ਾਂ ਤੇ ਉਹਨਾਂ ਨੇ ਫੋਕਸ ਕੀਤਾ ਹੈ ਕਹਿੰਦਾ ਹਾਲਾਂਕਿ ਬੀਚ ਦੇ ਸਿਧਾਂਤ ਬਾਰੇ ਖਾਸ ਵੇਰਵੇ ਆਸਾਨੀ ਨਾਲ ਉਪਲਬਧ ਨਹੀਂ ਹੋ ਸਕਦੇ ਅਥਾਰਟੀ ਨਾਲ ਸੰਬੰਧਿਤ ਕੁਝ ਮੁੱਖ ਸਿਧਾਂਤ ਤੇ ਦ੍ਰਿਸ਼ਟੀਕੋਣ ਦੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜਾਇਜ਼ਤਾ ਦੇ ਸਿਧਾਂਤ ਕਿਹੜੇ ਕਿਹੜੇ ਉਹਨਾਂ ਨੇ ਆਪਣੇ ਸਿਧਾਂਤ ਦਿੱਤੇ ਨੇ ਕਿਹੜੇ ਕਿਹੜੇ ਪ੍ਰਿੰਸੀਪਲਸ ਜਾਂ ਕਿਹੜੇ ਕਿਹੜੇ ਥੀਰੀਜ਼ ਆਪਣੀਆਂ ਦੱਸੀਆਂ ਨੇਗੀਆਂ ਇਹ ਸਿਧਾਂਤ ਅਧਿਕਾਰ ਸੰਬੰਧਾਂ ਵਿੱਚ ਜਾਇਜ਼ਤਾ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਮਤਲਬ ਜੋ ਵੀ ਅਥਾਰਟੀ ਉਹ ਵੈਲਿਡ ਹੋਣੀ ਚਾਹੀਦੀ ਹੈ ਉਹਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਉਹਦੀ ਸਕਿੱਲਸ ਦੇ ਅਕੋਰਡਿੰਗ ਠੀਕ ਹੈ ਇਸ ਵਿੱਚ ਦ੍ਰਿਸ਼ਟੀਕੋਣ ਦੇ ਅਨੁਸਾਰ ਅਥਾਰਟੀ ਉਦੋਂ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਇਸ ਦੇ ਅਧੀਨ ਲੋਕਾਂ ਦੁਆਰਾ ਇਸ ਨੂੰ ਜਾਇਜ਼ ਸਮਝਿਆ ਜਾਂਦਾ ਹੈ ਅਗਰ ਕੋਈ ਲੀਡਰ ਉਹਦੇ ਕੋਲ ਅਥਾਰਟੀ ਹੈ ਲੀਡ ਕਰਨ ਦੀ ਬਟ ਉਹ ਤਾਂ ਹੀ ਵੈਲਿਡ ਹੋਏਗੀ ਉਹਨੂੰ ਤਾਂ ਹੀ ਵੈਲਿਡ ਮੰਨਿਆ ਜਾਏਗਾ ਅਗਰ ਕੋਈ ਉਸ ਨੂੰ ਮੰਨੇਗਾ ਉਹਦੇ ਵਰਕਰਸ ਉਹਦੀ ਅਥਾਰਟੀ ਦੇ ਅੰਦਰ ਕੰਮ ਕਰਨਗੇ ਠੀਕ ਹੈ ਇਸ ਦੇ ਅਧੀਨ ਲੋਕਾਂ ਦੁਆਰਾ ਇਸ ਨੂੰ ਜਾਇਜ਼ ਸਮਝਿਆ ਜਾਂਦਾ ਹੈ ਜਾਇਜ਼ਤਾ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਹੋ ਸਕਦੀ ਹੈ ਕੋਈ ਵੀ ਹੋ ਸਕਦੀ ਹੈ ਚਾਹੇ ਉਹ ਲੀਗਲੀ ਲਗਾ ਲਓ ਫੋਰ ਐਗਜ਼ਾਮਪਲ ਅਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰਾਂਗੇ ਦੈਨ ਇਟ ਮੀਨਸ ਉਹ ਵੈਲਿਡ ਨਹੀਂ ਹੋਣਗੇ ਠੀਕ ਹੈ ਜਦੋਂ ਤੱਕ ਗਵਰਨਮੈਂਟ ਸਟਿਕ ਐਕਸ਼ਨ ਨਹੀਂ ਲਏਗੀ ਤਾਂ ਉਹਨਾਂ ਨੂੰ ਅਸੀਂ ਵੈਲਿਡ ਨਹੀਂ ਸਮਝ ਸਕਦੇ ਅਗਰ ਉਹ ਵੈਲਿਡ ਨੇਗੇ ਅਗਰ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਦੈਨ ਉਹ ਸਾਡੇ ਲਈ ਵੈਲਿਡ ਨੇਗੇ ਉਸ ਤੋਂ ਬਾਅਦ ਸ਼ਕਤੀ ਨਿਰਭਰਤਾ ਸਿਧਾਂਤ ਸਮਾਜਿਕ ਰਿਸ਼ਤਿਆਂ ਦੇ ਅੰਦਰ ਅਧਿਕਾਰ ਦੀ ਗਤੀਸ਼ੀਲ ਦੀ ਪੜਚੋਲ ਕਰਦਾ ਹੈ ਇਹ ਸੁਝਾਅ ਦਿੰਦਾ ਹੈ ਕਿ ਵਿਅਕਤੀ ਜਾਂ ਸਮੂਹ ਸਰੋਤਾਂ ਇਨਾਮਾਂ ਜਾਣਕਾਰੀ ਲਈ ਉਹਨਾਂ ਤੇ ਨਿਰਭਰ ਦੇ ਕਾਰਨ ਅਥਾਰਟੀ ਦੇ ਅੰਕੜਾ ਦੀ ਪਾਲਣਾ ਕਰਦੇ ਹਨ
ਇਹ ਸਿਧਾਂਤ ਇਸ ਗੱਲ ਦੀ ਜਾਂਚ ਕਰਦਾ ਹੈ ਕਿ ਕਿਵੇਂ ਸ਼ਕਤੀ ਅਸੰਤੁਲਨ ਅਥਾਰਟੀ ਦੀ ਗਤੀਸ਼ੀਲ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ। ਅਧਿਕਾਰ ਦੀ ਗਤੀਸ਼ੀਲਤਾ ਮਤਲਬ ਜੋ ਉਹਨਾਂ ਦੇ ਰਾਈਟਸ ਨੇ ਉਹਨਾਂ ਦੇ ਵਿੱਚ ਕੀ ਚੇਂजेस ਆ ਰਹੇ ਨੇ ਜਾਂ ਫਿਰ ਕੀ ਮੂਵਮੈਂਟਸ ਆ ਰਹੇ ਨੇਗੇ, ਠੀਕ ਹੈ। ਅਲੱਗ-ਅਲੱਗ ਜਾਂ ਤੇ ਇੰਡੀਵਿਜੂਅਲ ਵੀ ਹੋ ਸਕਦੇ ਨੇ ਜਾਂ ਫਿਰ ਅਲੱਗ-ਅਲੱਗ ਗਰੁੱਪਸ ਹੋ ਸਕਦੇ ਨੇਗੇ, ਉਹਨਾਂ ਦੇ ਰਿਸੋਰਸਿਸ ਹੋ ਸਕਦੇ ਨੇ ਜਾਂ ਫਿਰ ਕਿਸੇ ਇਨਾਮਾਂ ਜੋ ਮੈਂ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਕਿਸੇ ਰਿਵਾਰਡ ਦੇ ਥਰੂ ਹੋ ਸਕਦੀ ਹੈ। ਮਤਲਬ ਉਹਨਾਂ ਨੇ ਆਪਣੀ ਅਥਾਰਟੀ ਦੇ ਅੰਦਰ ਕਿੱਦਾਂ ਉਹਨਾਂ ਤੋਂ ਵਰਕਰਸ ਤੋਂ ਆਪਣੀ ਲੋਅਰ ਮੈਨੇਜਮੈਂਟ ਤੋਂ ਕਿੱਦਾਂ ਉਹਨਾਂ ਨੇ ਕੰਮ ਕਰਵਾਉਣਾ ਹੈ। ਪ੍ਰਤੀਕ ਪਰਸਪਰ क्रियावाद ਪ੍ਰਤੀਕ ਪਰਸਪਰ क्रियावाद के अंदर इस गल ਦੀ ਜਾਂਚ ਕਰਦੇ ਹੈ ਕਿ ਅਰਥ ਚਿੰਨ੍ਹ ਅਤੇ ਪਰਸਪਰ ਕਿਰਿਆਵਾਂ ਅਧਿਕਾਰ ਸੰਬੰਧਾਂ ਨੂੰ ਕਿਵੇਂ ਆਕਾਰ ਦਿੰਦੀਆਂ ਹਨ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਅਧਿਕਾਰ ਸਮਾਜਿਕ ਪਰਸਪਰ ਕਿਰਿਆਵਾਂ ਭਾਸ਼ਾ ਤੇ ਸਾਂਝੇ ਚਿੰਨ੍ਹਾਂ ਦੁਆਰਾ ਬਣਾਇਆ ਜਾਂਦਾ ਹੈ ਅਤੇ ਗੱਲਬਾਤ ਕੀਤੀ ਜਾਂਦੀ ਹੈ। ਅਥਾਰਟੀ ਸਿਰਫ ਰਸਮੀ ਅਹੁਦਿਆਂ ਜਾਂ ਬੰਟਰਾਂ ਤੇ ਆਧਾਰਿਤ ਨਹੀਂ ਹੁੰਦੀ, ਸਗੋਂ ਵਿਅਕਤੀਗਤ ਸਿੱਖਿਆਵਾਂ ਅਤੇ ਸਮਾਜਿਕ ਸੰਦਰਭਾਂ ਤੋਂ ਵੀ ਪ੍ਰਭਾਵਿਤ ਕੀਤੀ ਜਾਂਦੀ ਹੈ। ਠੀਕ ਹੈ। ਕੁਛ ਨੇਗੇ ਕੁਛ ਸਾਇੰਸ ਕਰ ਦਿੰਦੇ ਨੇਗੇ, ਸਾਇੰਸ ਪ੍ਰੋਵਾਈਡ ਕਰ ਦਿੰਦੇ ਨੇ ਅਥਾਰਟੀ ਦਾ। ਠੀਕ ਹੈ। ਫॉर एग्जांपल अगर इसे ट्रैफिक रूल्स की गल करिए, ट्रैफिक रूल्स ਦੇ ਵਿੱਚ ਸਾਨੂੰ ਪਤਾ ਹੈ ਕਿ ਆਹ ਵਾਲਾ ਸਾਈਨ ਇਸ ਚੀਜ਼ ਦਾ ਹੈ, ਆਹ ਵਾਲਾ ਸਾਈਨ ਇਸ ਚੀਜ਼ ਦਾ ਹੈ। ਮਤਲਬ ਇੱਕ ਸਾਇੰਸ ਨੂੰ ਸਾਇੰਸ ਦੇ ਥਰੂ ਹੁੰਦੇ ਆ ਜਾਂ ਫਿਰ ਕੁਝ ਲੈਂਗੁਏजेस ਹੁੰਦੀਆਂ ਨੇ ਜਾਂ ਕੁਝ ਐਕਟੀਵਿਟੀਜ਼ ਹੁੰਦੀਆਂ ਨੇ ਜੋ ਸਾਡੀ ਅਥਾਰਟੀ ਨੂੰ ਐਕਸਪਲੇਨ ਕਰ ਦਿੰਦੀਆਂ ਨੇਗੀਆਂ। ਠੀਕ ਹੈ। ਉਸ ਤੋਂ ਬਾਅਦ ਏਜੰਸੀ ਥਿਊਰੀ। ਏਜੰਸੀ ਥਿਊਰੀ ਦੇ ਵਿੱਚ ਕੀ ਹੈ ਕਹਿੰਦਾ ਏਜੰਸੀ ਥਿਊਰੀ ਸੰਸਥਾਵਾਂ ਅਤੇ ਸੰਸਥਾਵਾਂ ਦੇ ਅੰਦਰ ਪ੍ਰਮੁੱਖ ਏਜੰਟਾਂ ਸੰਬੰਧਾਂ ਤੇ ਕੇਂਦਰਿਤ ਹੈ। ਇਹ ਖੋਜ ਕਰਦਾ ਹੈ ਕਿ ਪ੍ਰਿੰਸੀਪਲ ਏਜੰਟਾਂ ਨੂੰ ਉਹਨਾਂ ਦੇ ਤਰਫੋਂ ਕੰਮ ਕਰਨ ਦੇ ਅਧਿਕਾਰ ਸੌਂਪਦੇ ਹਨ ਅਤੇ ਕਿਵੇਂ ਏਜੰਟ ਆਪਣੇ ਹਿੱਤਾਂ ਜਾਂ ਟੀਚਿਆਂ ਦਾ ਪਿੱਛਾ ਕਰ ਸਕਦੇ ਹਨ। ਫॉर एग्जांपल ਕੋਈ ਆਰਗੇਨਾਈਜੇਸ਼ਨ ਚਲਾ ਰਿਹਾ ਹੈ, ਠੀਕ ਹੈ, ਤੇ ਉਹਨੇ ਇੱਕ ਏਜੰਟ ਹਾਇਰ ਕੀਤੇ ਹੋਏ ਨੇਗੇ, ਉਹਨੇ ਸਾਰੀ ਅਥਾਰਟੀ ਏਜੰਟਸ ਨੂੰ ਦਿੱਤੀ ਹੈ। ਫॉर एग्जांपल ਇਹ ਲਗਾ ਲਓ ਕਿ ਉਹਨਾਂ ਨੇ ਕਿੱਦਾਂ ਕੋਈ ਪਰਸਨ ਜੇ ਅਪਾਇੰਟ ਕਰਨੇ ਨੇਗੇ, ਠੀਕ ਹੈ, ਸਿਲੈਕਸ਼ਨ ਕਰਨੀਆਂ ਨੇ, ਰਿਕੁਆਇਰਮੈਂਟਸ ਕਰਨੀਆਂ ਨੇ, ਪਲੇਸਮੈਂਟਸ ਨੂੰ ਦੇ ਦਿੰਦੇ ਨੇ ਨਾ ਕਿ ਪਲੇਸਮੈਂਟਸ ਆਪਣੇ ਅਕੋਰਡਿੰਗ ਸਾਨੂੰ ਬੰਦੇ ਪ੍ਰੋਵਾਈਡ ਕਰ ਦਿੰਦੇ ਨੇਗੇ। ਤੇ ਮਤਲਬ ਕਹਿੰਦਾ ਇੱਕ ਏਜੰਟਸ ਦੇ ਥਰੂ ਉਹ ਕੰਮ ਕਰਵਾ ਲੈਂਦੇ ਨੇਗੇ। ਉਸ ਤੋਂ ਬਾਅਦ ਹੈ ਸੋਸ਼ਲ ਐਕਸਚੇਂਜ ਥਿਊਰੀ। ਸੋਸ਼ਲ ਐਕਸਚੇਂਜ ਥਿਊਰੀ ਸਮਾਜਿਕ ਵਟਾਂਦਰੇ ਅਤੇ ਪਰਸਪਰਤਾ ਦੀ ਲੈਂਸ ਦੁਆਰਾ ਅਧਿਕਾਰਿਕ ਸੰਬੰਧਾਂ ਦਾ ਵਿਸ਼ਲੇਸ਼ਣ ਕਰਦੀ ਹੈ। ਇਹ ਸੁਝਾਅ ਦਿੰਦਾ ਹੈ ਵਿਅਕਤੀ ਅਥਾਰਟੀ ਦੀ ਅੰਕੜਿਆਂ ਦੇ ਨਾਲ ਸਰੋਤਾਂ ਪੱਖ ਜਾਂ ਜ਼ਿੰਮੇਵਾਰੀਆਂ ਦੇ ਆਦਾਨ ਪ੍ਰਦਾਨ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਪਾਲਣ ਅਕਸਰ ਇਹਨਾਂ ਦੇ ਐਕਸਚੇਂਜਾਂ ਦੀ ਨਿਰਪੱਖਤਾ ਭਰੋਸੇ ਅਤੇ ਪਰਸਪਰਤਾ ਦੀਆਂ ਧਾਰਨਾ ਦੁਆਰਾ ਪ੍ਰਭਾਵਿਤ ਹੁੰਦੀ ਹੈ। ਸੋਸ਼ਲ ਐਕਸਚੇਂਜ ਥਿਊਰੀ ਦੇ ਵਿੱਚ ਕੀ ਆਉਂਦਾ ਹੈ ਕਿ ਜੋ ਵੀ ਐਕਸਚੇਂਜ ਹੋ ਰਿਹਾ ਹੈ, ਠੀਕ ਹੈ, ਸ਼ੇਅਰ ਹੋ ਰਿਹਾ ਹੈ, ਮਤਲਬ ਕਹਿੰਦਾ ਆਦਾਨ ਪ੍ਰਦਾਨ ਹੋ ਰਿਹਾ ਹੈ, ਚਾਹੇ ਉਹ ਕੋਈ ਰਿਸਪੌਂਸਿਬਿਲਿਟੀਜ਼ ਨੇਗੀਆਂ ਜਾਂ ਫਿਰ ਕਿਸੇ ਦੀ ਸਾਈਟ ਹੈ ਜਾਂ ਕੋਈ ਰਿਸੋਰਸਿਸ ਨੇਗੇ, ਉਹਨਾਂ ਦੇ ਅੰਡਰ ਜੋ ਵੀ ਇੰਡੀਵਿਜੂਅਲ ਦੀ ਰਿਸਪੌਂਸਿਬਿਲਿਟੀ ਬਣਦੀ ਹੈ, ਜੋ ਵੀ ਉਹਦੇ ਕੋਲ ਪਾਵਰ ਹੈ, ਜੋ ਵੀ ਉਹਦੇ ਕੋਲ ਅਥਾਰਟੀ ਹੈ, ਠੀਕ ਹੈ, ਉਹ ਜੋ ਵੀ ਅਥਾਰਟੀਜ਼ ਉਹਦੇ ਕੋਲ ਨੇਗੇ ਉਹ ਇਸ ਥਿਊਰੀ ਦੇ ਵਿੱਚ ਐਕਸਪਲੇਨ ਕੀਤੀਆਂ ਗਈਆਂ ਨੇ। ਕਹਿੰਦਾ ਕੋਈ ਰਿਸਪੌਂਸਿਬਿਲਿਟੀਜ਼ ਵੀ ਹੋ ਸਕਦੀਆਂ ਨੇ, ਕਿਸੇ ਦੀ ਸਾਈਟ ਵੀ ਹੋ ਸਕਦੀ ਹੈ, ਕਿਸੇ ਦੀ ਕੁਝ ਰਿਸੋਰਸਿਸ ਵੀ ਹੋ ਸਕਦੇ ਨੇਗੇ। ਕਲੀਅਰ ਹੈ। ਹਾਂਜੀ ਰਜਨੀ। हाँ जी मैम, क्लियर है। ਉਸ ਤੋਂ ਬਾਅਦ ਫੋਰਥ ਕੁਐਸਚਨ ਦਿੱਤਾ ਹੋਇਆ ਅਥਾਰਟੀ ਦੀਆਂ ਕਿਸਮਾਂ ਤੇ ਸਰੋਤਾਂ ਦੇ ਵਰਣਨ ਕਰੋ। ਜੋ ਹੁਣ ਤੱਕ ਆਪਾਂ ਪੜ੍ਹਿਆ ਇਹ ਸਾਰਾ ਉਹੀ ਹੈ। ठीक है। यस मैम।
कल करेंगे 5th क्वेश्चन है ना। ओके मैम। ठीक है। यस मैम। नोट्स में आज देखते हैं तीनों मीडियम से विच प्रोवाइड कर देनी है अगर पॉसिबल हो सके। हाँ। हाँ जी मैम, कर दो। हाँ, वो मैं करवा देती हूँ। मैम कल को भी क्लास लगाओगे? कल ट्यूसडे है, कल छुट्टी है। हेलो। हाँ जी, हाँ जी, बोलिए। नहीं मैम, हाँ, फिर मैम कल कितने बजे हो गया एग्जैक्ट टाइम बताओ। मैं ना 10:15 के बाद ही ज्वाइन करा करूंगी क्योंकि मेरी ऑफलाइन क्लास होती है, तो वहां पे 10-15 मिनट ऊपर नीचे हो जाते हैं। ठीक है मैम। ठीक है, 10:20 पे या 10 साढ़े 10 के करीब आपको इसके इन बिटवीन आपको मैसेज आ जाया करेगा। वैसे डेली आ जाते हैं बट फिर लेट हो जाता है तो बच्चे ज्वाइन नहीं करते। ओके, चलो बाकी कल करते हैं, फिर 3 मिनट रह गए अब तो। थैंक ओके यू। मैम। ओके जी।